I wish you all a very very happy Independence Day। ਮੇਰੇ ਵੱਲੋਂ ਆਪ ਸਭ ਨੂੰ ਆਜ਼ਾਦੀ ਦਿਹਾੜੇ ਦੀਆਂ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ। ਅੱਜ ਦੇ ਇਸ ਮੌਕੇ ਤੇ ਆਪਣੇ ਕੁਝ ਵਿਚਾਰ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨ ਲੱਗਿਆ। ਪੂਰੀ ਵੀਡੀਓ ਨੂੰ ਦੇਖਿਓ ਔਰ ਧਿਆਨ ਨਾਲ ਸੋਚਣ ਦੀ, ਸਮਝਣ ਦੀ, ਚਿੰਤਨ ਕਰਨ ਦੀ ਕੋਸ਼ਿਸ਼ ਕਰਿਓ। ਆਜ਼ਾਦੀ ਦਿਹਾੜੇ ਦੇ ਉੱਪਰ ਇੰਡੀਪੈਂਡੈਂਸ ਡੇ ਦੇ ਮੌਕੇ ਤੇ ਇੱਕ ਪੋਇਮ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਉਸ ਵੀਡੀਓ ਦਾ ਲਿੰਕ ਉੱਪਰ ਆਈ ਬਟਨ 'ਚ ਆ ਰਿਹਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਉਸ ਵੀਡੀਓ ਨੂੰ ਵੀ ਪੂਰਾ ਦੇਖੋ। ਬੜੀ ਢੁਕਵੀਂ ਪ੍ਰਸੰਗਿਕ, ਅੱਜ ਦੇ ਸਮੇਂ ਤੇ ਕਰਾਰੀ ਚੋਟ ਮਾਰਦੀ ਹੋਈ ਕਵਿਤਾ ਉਹ 4-5 ਮਿੰਟ ਦੀ ਛੋਟੀ ਜਿਹੀ ਵੀਡੀਓ ਹੈ, ਜ਼ਰੂਰ ਦੇਖਿਓ ਉਹਨੂੰ। ਪਿਛਲੇ ਸਾਲ ਵੀ ਮੈਂ ਇੱਕ ਪੰਜਾਬੀ ਕਵਿਤਾ ਡਾਕਟਰ ਜਗਵਿੰਦਰ ਜੋਧਾ ਜੀ ਦੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਸ ਦਾ ਲਿੰਕ ਵੀ ਉੱਪਰ ਆਈ ਬਟਨ 'ਚ ਆ ਰਿਹਾ। ਉਸ ਨੂੰ ਵੀ ਤੁਸੀਂ ਜ਼ਰੂਰ ਦੇਖੋ। ਤੁਹਾਨੂੰ ਕੁਝ ਨਵਾਂ ਸੋਚਣ ਨੂੰ, ਸਿੱਖਣ ਨੂੰ, ਸਮਝਣ ਨੂੰ ਮਿਲੂਗਾ, ਇੱਕ ਨਵੀਂ ਦਿਸ਼ਾ ਮਿਲੂਗੀ। ਤਾਂ ਜੇ ਅਸੀਂ ਗੱਲ ਕਰੀਏ ਸਾਡੇ ਇੰਡੀਪੈਂਡੈਂਸ ਡੇ ਦੀ ਜਾਂ ਆਜ਼ਾਦੀ ਦਿਹਾੜੇ ਦੀ, ਸੁਤੰਤਰਤਾ ਦਿਵਸ ਦੀ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ 70-75 ਸਾਲ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋ ਗਏ। ਤਾਂ ਅਸੀਂ ਬਹੁਤ ਸਾਰੇ ਹੁਣ ਤੱਕ ਇਸ ਟੌਪਿਕ ਤੇ ਭਾਸ਼ਣ ਸੁਣ ਚੁੱਕੇ ਹਾਂ, ਸੈਮੀਨਾਰ, ਵਰਕਸ਼ਾਪ, ਗੋਸ਼ਟੀਆਂ, ਪਤਾ ਨਹੀਂ ਕੀ ਕੁਛ ਹੋ ਚੁੱਕਿਆ। ਬੜਾ ਕੁਛ ਲਿਖਿਆ ਜਾ ਚੁੱਕਿਆ, ਬੜਾ ਕੁਛ ਬੋਲਿਆ ਜਾ ਚੁੱਕਿਆ। ਮੈਂ ਉਹਨਾਂ ਸਾਰੀਆਂ ਗੱਲਾਂ ਨੂੰ ਨਹੀਂ ਦੁਹਰਾਊਂਗਾ, ਉਹਨਾਂ ਬਾਰੇ ਗੱਲ ਨਹੀਂ ਕਰਾਂਗੇ। ਕਿਸੇ ਅਲੱਗ ਐਂਗਲ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਗੱਲ ਤਾਂ ਮੈਨੂੰ ਮਹਿਸੂਸ ਹੁੰਦਾ ਹੈ, ਮੇਰਾ ਓਪੀਨੀਅਨ ਹੈ ਕਿ ਜਿਹੜੀ ਇਹ ਆਜ਼ਾਦੀ ਸਾਨੂੰ ਮਿਲੀ ਹੈ, ਇਹ ਸਿਰਫ ਥਿਓਰੀਟੀਕਲ ਪੋਲੀਟੀਕਲ ਇੰਡੀਪੈਂਡੈਂਸ ਹੈ। ਇੱਕ ਤਾਂ ਇਹ ਸਿਰਫ ਸਿਧਾਂਤਕ ਆਜ਼ਾਦੀ ਹੈ, ਦੂਸਰਾ ਇਹ ਸਿਰਫ ਰਾਜਨੀਤਿਕ ਆਜ਼ਾਦੀ ਹੈ। ਔਰ ਰਾਜਨੀਤਿਕ ਜਿਹੜੀ ਆਜ਼ਾਦੀ ਹੈ ਉਹ ਕਾਗਜ਼ਾਂ 'ਚ ਹੀ ਰਹਿ ਜਾਂਦੀ ਹੈ। ਜ਼ਮੀਨੀ ਪੱਧਰ ਤੇ ਜ਼ਮੀਨੀ ਜਿਹੜੀਆਂ ਹਕੀਕਤਾਂ ਨੇ ਉਹ ਬੜੀਆਂ ਤਲਖ ਨੇ, ਬੜੀਆਂ ਕੌੜੀਆਂ ਨੇ, ਜਿਨ੍ਹਾਂ ਨਾਲ ਅਸੀਂ, ਤੁਸੀਂ, ਮੈਂ, ਅਸੀਂ ਸਾਰੇ ਸਧਾਰਨ ਲੋਕ ਰੋਜ਼ਾਨਾ ਆਪਣੀ ਜ਼ਿੰਦਗੀ 'ਚ ਦੋ ਚਾਰ ਹੁੰਦੇ। ਸਾਨੂੰ ਉਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਇਹ ਜਿਹੜੀ ਸਿਧਾਂਤਕ ਰਾਜਨੀਤਿਕ ਆਜ਼ਾਦੀ ਹੈ, ਜਿਹੜੀ 15 ਅਗਸਤ 1947 ਨੂੰ ਸਾਨੂੰ ਪ੍ਰਾਪਤ ਹੋਈ ਹੈ, ਜਾਂ ਉਸ ਤੋਂ ਬਾਅਦ 26 ਜਨਵਰੀ 1950 ਨੂੰ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ, ਤਾਂ ਕਈ ਤਰ੍ਹਾਂ ਦੇ ਅਧਿਕਾਰ ਸਾਨੂੰ ਨਾਗਰਿਕਾਂ ਨੂੰ ਪ੍ਰਾਪਤ ਹੋਏ। ਉਹ ਵਿਵਹਾਰਕ ਤੌਰ ਤੇ ਅਸੀਂ ਜ਼ਿਆਦਾ ਐਕਸਰਸਾਈਜ਼ ਨਹੀਂ ਕਰ ਪਾਉਂਦੇ, ਉਹਨਾਂ ਦੀ ਵਰਤੋਂ ਨਹੀਂ ਕਰ ਪਾਉਂਦੇ ਉਹਨਾਂ ਅਧਿਕਾਰਾਂ ਦੀ। ਤਾਂ ਕਰਕੇ ਮੈਨੂੰ ਸਿਧਾਂਤਕ ਆਜ਼ਾਦੀ ਕਹਿ ਰਹੇ। ਉਦਾਹਰਨ ਲਈ ਸਾਨੂੰ ਵੋਟ ਪਾਉਣ ਦਾ, ਚੋਣ ਲੜਨ ਦਾ, ਭਾਸ਼ਣ ਦੇਣ ਦਾ, ਆਪਣੇ ਵਿਚਾਰ ਰੱਖਣ ਦਾ, ਇਹੋ ਜਿਹੇ ਬਹੁਤ ਸਾਰੇ ਅਧਿਕਾਰ ਮਿਲੇ। ਲੇਕਿਨ ਕਿੰਨੇ ਕੁ ਲੋਕ ਨੇ ਜਿਹੜੇ ਵਿਵਹਾਰਕ ਤੌਰ ਤੇ ਪ੍ਰੈਕਟੀਕਲੀ ਇਹਨਾਂ ਅਧਿਕਾਰਾਂ ਦੀ ਵਰਤੋਂ ਕਰ ਪਾਉਂਦੇ? ਕੀ ਸਧਾਰਨ ਮਨੁੱਖ ਲਈ ਕਰੋੜਾਂ ਰੁਪਏ ਖਰਚ ਕਰਕੇ ਚੋਣਾਂ ਲੜਨੀਆਂ ਸੰਭਵ ਨੇ ਵਿਵਹਾਰਕ ਤੌਰ ਤੇ? ਜਿਸ ਤਰੀਕੇ ਨਾਲ ਚੋਣਾਂ ਦੇ ਵਿੱਚ ਪੈਸੇ ਦੀ ਵਰਤੋਂ ਛੱਡੋ, ਦੁਰਵਰਤੋਂ ਕੀਤੀ ਜਾਂਦੀ ਹੈ, ਚਾਹੇ ਉਹ ਮੀਡੀਆ ਦੇ ਰਾਹੀਂ ਹੋਵੇ, ਚਾਹੇ ਉਹ ਨਸ਼ੇ ਦੇ ਕੇ, ਚਾਹੇ ਵੱਡੀਆਂ ਵੱਡੀਆਂ ਰੈਲੀਆਂ ਕਰਕੇ, ਚਾਹੇ ਲੋਕ ਲੁਭਾਵਣੀਆਂ ਗੱਲਾਂ ਕਰਕੇ, ਚਾਹੇ ਲੋਕਾਂ ਦੀਆਂ ਵੋਟਾਂ ਖਰੀਦ ਕੇ, ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਕੋਈ ਲਾਭ ਪਹੁੰਚਾ ਕੇ, ਆਰਥਿਕ ਲਾਭ ਪਹੁੰਚਾ ਕੇ ਆਪਣੇ ਹੱਕ ਦੇ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਕੀ ਇਹੋ ਜਿਹੇ ਮਾਹੌਲ ਦੇ ਵਿੱਚ ਤੁਸੀਂ, ਮੈਂ, ਅਸੀਂ ਜਿਹੜੇ ਸਧਾਰਨ ਨਾਗਰਿਕ ਹਾਂ, ਕੀ ਅਸੀਂ ਆਪਣੇ ਉਸ ਰਾਜਨੀਤਿਕ ਅਧਿਕਾਰ ਦੀ ਵਰਤੋਂ ਕਰ ਸਕਦੇ? ਕੀ ਅਸੀਂ ਸੁਪਨੇ 'ਚ ਵੀ ਚੋਣ ਲੜਨ ਦਾ ਸੋਚ ਸਕਦੇ? ਫਿਰ ਸਾਡੇ ਲਈ ਇਹੋ ਜਿਹੇ ਅਧਿਕਾਰਾਂ ਦਾ, ਇਹੋ ਜਿਹੀ ਆਜ਼ਾਦੀ ਦਾ ਜ਼ਮੀਨੀ ਪੱਧਰ ਤੇ, ਵਿਵਹਾਰਕ ਤੌਰ ਤੇ ਕੀ ਪ੍ਰਸੰਗ ਰਹਿ ਜਾਂਦਾ, ਕੀ ਮਹੱਤਤਾ ਰਹਿ ਜਾਂਦੀ? ਇਸ ਕਰਕੇ ਮੇਰਾ ਮੰਨਣਾ ਹੈ ਕਿ ਇਹ ਇੱਕ ਥਿਓਰੀਟੀਕਲ ਇੰਡੀਪੈਂਡੈਂਸ ਹੈ, ਸਿਰਫ ਸਿਧਾਂਤਕ ਕਾਗਜ਼ਾਂ 'ਚ ਹੀ ਆਜ਼ਾਦੀ ਹੈ, ਜ਼ਮੀਨੀ ਪੱਧਰ ਤੇ ਆਜ਼ਾਦੀ ਨਹੀਂ ਹੈ। ਇਹ ਤਾਂ ਇੱਕ ਐਗਜ਼ਾਮਪਲ ਲਈ ਮੈਂ ਚੋਣ ਲੜਨ ਵਾਲੀ, ਇਹੋ ਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਹਰ ਇੱਕ ਅਧਿਕਾਰ ਬਾਰੇ ਮੈਂ ਦੇ ਸਕਦਾ। ਲੇਕਿਨ ਵੀਡੀਓ ਲੰਬੀ ਨਾ ਹੋਵੇ, ਅਸੀਂ ਇਹਨੂੰ 5-7 ਮਿੰਟ 'ਚ ਹੀ ਕਨਕਲੂਡ ਕਰਨਾ ਹੈ। ਉਸ ਲਈ ਬਾਕੀ ਜਿਹੜੀਆਂ ਚੀਜ਼ਾਂ ਤੁਸੀਂ ਆਪਣੇ ਆਪ ਹੀ ਸੋਚ ਲੈਣੀ। ਸਿਰਫ ਰਾਜਨੀਤਿਕ ਆਜ਼ਾਦੀ ਕਿਉਂ ਹੈ? ਮੇਰਾ ਇਹ ਮੰਨਣਾ ਹੈ ਕਿ ਆਰਥਿਕ ਸਮਾਨਤਾ ਤੋਂ ਬਿਨਾਂ ਰਾਜਨੀਤਿਕ ਆਜ਼ਾਦੀ ਇੱਕ ਢੋਂਗ ਹੁੰਦੀ ਹੈ, ਇੱਕ ਦਿਖਾਵਾ ਹੁੰਦੀ ਹੈ। ਸਾਡੇ ਦੇਸ਼ ਦੇ ਅੰਦਰ ਆਰਥਿਕ ਸਮਾਨਤਾ ਬਿਲਕੁਲ ਵੀ ਨਹੀਂ ਹੈਗੀ। ਇਕਨੋਮਿਕ ਇਕੁਅਲਿਟੀ ਹੈ ਜਿਹੜੀ, ਬਿਲਕੁਲ ਨਹੀਂ ਹੈ। ਅਮੀਰ ਤੇ ਗਰੀਬ ਦੇ ਵਿੱਚ ਬਹੁਤ ਵੱਡਾ ਪਾੜਾ ਹੈ, ਬਹੁਤ ਵੱਡਾ ਗੈਪ ਹੈ। ਉੱਪਰੋਂ ਗਰੀਬ ਦਿਨੋਂ ਦਿਨ ਹੋਰ ਗਰੀਬ ਹੋ ਰਿਹਾ, ਅਮੀਰ ਦਿਨੋਂ ਦਿਨ ਹੋਰ ਅਮੀਰ ਹੁੰਦਾ ਜਾਂਦਾ।
ਤਾਂ ਉਸ ਗਰੀਬ ਵਿਅਕਤੀ ਲਈ ਇਸ ਰਾਜਨੀਤਿਕ ਆਜ਼ਾਦੀ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਉਹ ਆਪਣੀਆਂ ਮੁੱਢਲੀਆਂ ਲੋੜਾਂ, ਰੋਟੀ ਕੱਪੜਾ ਮਕਾਨ 'ਚ ਹੀ ਉਲਝਿਆ ਰਹਿੰਦਾ, ਨਾ ਚੰਗੀ ਸਿੱਖਿਆ ਪ੍ਰਾਪਤ ਕਰ ਪਾਉਂਦਾ, ਨਾ ਚੀਜ਼ਾਂ ਨਾਲ ਅਪ ਟੂ ਡੇਟ ਰਹਿ ਪਾਉਂਦਾ, ਇਨ ਟੱਚ ਰਹਿ ਪਾਉਂਦਾ, ਨਾ ਸਮਝ ਪਾਉਂਦਾ। ਜਿਸ ਤਰ੍ਹਾਂ ਉਦਾਹਰਣ ਲਈ ਸਾਡੇ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਹੈ ਕਿ ਜੇਕਰ ਸਾਨੂੰ ਸਾਡੇ ਕੋਈ ਮੌਲਿਕ ਅਧਿਕਾਰ ਨਹੀਂ ਦੇ ਰਿਹਾ, ਸਰਕਾਰ ਨਹੀਂ ਦੇ ਰਹੀ, ਕੋਈ ਇੰਸਟੀਟਿਊਸ਼ਨ, ਕੋਈ ਵਿਅਕਤੀ, ਕੋਈ ਸਾਡੇ ਰਸਤੇ 'ਚ ਰੁਕਾਵਟ ਬਣਦਾ ਹੈ, ਤਾਂ ਅਸੀਂ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਪੀਲ ਕਰ ਸਕਦੇ ਹਾਂ। ਸਾਨੂੰ ਇਹ ਸਾਡੇ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ, ਜਿਹਨੂੰ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਦੇ ਨਾਂ ਨਾਲ ਜਾਣਿਆ ਜਾਂਦਾ। ਪਰ ਕੀ ਉਹ ਜਿਹੜੀ ਕਰੋੜਾਂ ਗਰੀਬ ਲੋਕ ਨੇ, ਕੀ ਉਹ ਆਪਣੇ ਅਧਿਕਾਰਾਂ ਨੂੰ ਲਾਗੂ ਕਰਾਉਣ ਲਈ ਹਾਈ ਕੋਰਟ, ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦੇ ਆ? ਪ੍ਰੈਕਟੀਕਲੀ ਜ਼ਮੀਨੀ ਤੌਰ 'ਤੇ ਸੰਭਵ ਹੈ? ਕੀ ਉਹਨਾਂ ਦੇ ਆਰਥਿਕ ਹਾਲਾਤ ਇਹੋ ਜਿਹੇ ਹੈਗੇ ਆ ਵੀ ਉਹ ਕਰ ਸਕਦੇ? ਕੀ ਸਾਡੀ ਨਿਆਂ ਪ੍ਰਣਾਲੀ ਇੰਨੀ ਸਸਤੀ ਹੈ? ਕੀ ਸਾਡੇ ਨਿਆਂ ਪ੍ਰਣਾਲੀ ਇੰਨੀ ਫਾਸਟ ਪ੍ਰੋਸੈਸਿੰਗ ਹੈ, ਇੰਨੀ ਛੇਤੀ ਨਿਆਂ ਮਿਲ ਜਾਂਦਾ ਕਿ ਉਹ ਮਜ਼ਦੂਰ ਲੋਕ, ਉਹ ਕਿਰਤੀ ਲੋਕ, ਉਹ ਮਿਹਨਤੀ ਲੋਕ, ਉਹ ਗਰੀਬ ਲੋਕ, ਉਹ ਘੱਟ ਪੜ੍ਹੇ ਲਿਖੇ ਲੋਕ ਆਪਣੇ ਰਾਜਨੀਤਿਕ ਅਧਿਕਾਰ ਵੀ ਜਿਹੜੇ ਸੀਮਤ ਜੇ ਸਾਨੂੰ ਮਿਲੇ ਹੋਏ ਆ, ਉਹਨਾਂ ਨੂੰ ਪ੍ਰਾਪਤ ਕਰਨ ਲਈ ਵੀ ਕੋਈ ਚਾਰਾਜੋਈ ਕਰਨ ਦੇ ਸਮਰੱਥ ਹੈਗੇ? ਮੇਰੇ ਖਿਆਲ 'ਚ ਬਿਲਕੁਲ ਵੀ ਨਹੀਂ ਹੈਗੇ। ਜੇ ਅਸੀਂ ਡਾਟਾ ਸਟੈਟਿਕਸ ਲੈ ਕੇ ਦੇਖੀਏ, ਅਦਾਲਤਾਂ ਦਾ ਰਿਕਾਰਡ ਕਢਾਈਏ, ਤਾਂ ਉੱਥੇ ਇਸ ਤਰ੍ਹਾਂ ਦੇ ਲੋਕ ਬਿਲਕੁਲ ਵੀ ਨਹੀਂ ਜਾਂਦੇ, ਕੋਈ ਕੇਸ ਫਾਈਲ ਨਹੀਂ ਕਰਦੇ। ਸਗੋਂ ਉਹਨਾਂ ਨੂੰ ਤਰ੍ਹਾਂ ਤਰੀਕਿਆਂ ਨਾਲ ਦਬਾਇਆ ਜਾਂਦਾ ਹੈ, ਐਕਸਪਲੋਇਟ ਕੀਤਾ ਜਾਂਦਾ ਹੈ, ਸਪਰੈਸ ਕੀਤਾ ਜਾਂਦਾ। ਤਾਂ ਆਰਥਿਕ ਸਮਾਨਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਹੀ ਅਸੀਂ ਆਪਣੀ ਰਾਜਨੀਤਿਕ ਆਜ਼ਾਦੀ ਨੂੰ ਮਾਣ ਸਕਦੇ ਹਾਂ, ਆਪਣੇ ਰਾਜਨੀਤਿਕ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹਾਂ, ਵਿਹਾਰਕ ਤੌਰ 'ਤੇ ਉਹਨਾਂ ਨੂੰ ਲਾਗੂ ਕਰਵਾ ਸਕਦੇ ਹਾਂ। ਆਰਥਿਕ ਸਮਾਨਤਾ ਸਾਡੇ ਦੇਸ਼ ਦੇ ਵਿੱਚ ਨਹੀਂ ਹੈ। ਸਰਕਾਰਾਂ ਜਿਹੜੀਆਂ ਖਾਸ ਕਰਕੇ ਪਿਛਲੇ ਕੁਝ ਸਾਲਾਂ ਤੋਂ ਬਿਲਕੁਲ ਹੀ ਪੂੰਜੀਪਤੀ ਪੱਖੀ ਹੋ ਗਈਆਂ, ਕਾਰੋਬਾਰੀ ਲੋਕਾਂ ਦਾ ਪੱਖ ਕਰਦੀਆਂ, ਉਹਨਾਂ ਨੂੰ ਵੱਡੇ ਵੱਡੇ ਟੈਕਸਾਂ ਛੋਟਾਂ ਦੇ ਰਹੀਆਂ, ਉਹਨਾਂ ਦੇ ਬੜੇ ਬੜੇ ਹਜ਼ਾਰਾਂ ਲੱਖਾਂ ਕਰੋੜ ਦੇ ਲੋਨ ਮਾਫ ਕਰ ਰਹੀਆਂ, ਰਾਈਟ ਆਫ ਕਰ ਰਹੀਆਂ, ਜਿਹਨੂੰ ਵੱਟੇ ਖਾਤੇ ਅਸੀਂ ਕਹਿ ਦਿੰਦੇ ਹਾਂ ਪੰਜਾਬੀ 'ਚ, ਉਹ ਪਾ ਰਹੇ। ਜਿਹੜੇ ਸਰਕਾਰੀ ਬੈਂਕ ਨੇ ਉਹਨਾਂ ਦੇ ਬੜੇ ਬੜੇ ਲੋਨ ਨੇ ਜਿਹੜੇ NPA ਹੋ ਰਹੇ, ਨਾਨ ਪਰਫਾਰਮਿੰਗ ਐਸਟ ਬਣ ਰਹੇ, ਬੈਡ ਲੋਨ ਬਣ ਰਹੇ, ਪਬਲਿਕ ਦਾ ਜਿਹੜਾ ਟੈਕਸ ਪੇਅਰ ਦਾ ਪੈਸਾ ਉਹ ਡੁੱਬ ਰਿਹਾ। ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਜਿਹੜੀ ਆਜ਼ਾਦੀ ਹੈ ਜਿਹਨੂੰ ਅਸੀਂ ਮਨਾ ਰਹੇ ਹਾਂ, ਜਿਸ ਨੂੰ ਤਿਉਹਾਰ ਦੀ ਤਰ੍ਹਾਂ, ਇੱਕ ਪਰਵ ਦੀ ਤਰ੍ਹਾਂ ਅਸੀਂ ਹਰ ਸਾਲ ਮਨਾਉਂਦੇ ਹਾਂ, ਸਾਨੂੰ ਇਹਦੇ ਬਾਰੇ ਗੰਭੀਰ ਹੋ ਕੇ ਚਿੰਤਨ ਕਰਨ ਦੀ, ਸੋਚਣ ਦੀ, ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਨਾਲ 75 ਸਾਲ ਤੋਂ ਕੀ ਚੱਲ ਰਿਹਾ ਹੈ, ਕੀ ਹੋ ਰਿਹਾ ਹੈ, ਔਰ ਕੀ ਭਵਿੱਖ ਦੇ ਵਿੱਚ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ, ਜਾਂ ਅਸੀਂ ਇਹਨੂੰ ਕੋਈ ਹੋਰ ਦਿਸ਼ਾ ਦੇਣ ਦੀ ਕੋਈ ਕੋਸ਼ਿਸ਼, ਕੋਈ ਯਤਨ, ਕੋਈ ਉਦਮ ਜੇ ਵਿਅਕਤੀਗਤ ਤੌਰ 'ਤੇ ਨਹੀਂ ਕਰ ਸਕਦੇ, ਸਮੂਹਕ ਤੌਰ 'ਤੇ ਕਰੀਏ, ਜਥੇਬੰਦਕ ਤੌਰ 'ਤੇ ਕਰੀਏ, ਇਕੱਠੇ ਹੋ ਕੇ ਕਰੀਏ, ਕੋਈ ਸੰਸਥਾ ਬਣਾ ਕੇ ਕਰੀਏ। ਇਸ ਪਾਸੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਗਹਿਣ ਚਿੰਤਨ ਕਰਨ ਦੀ ਵੀ ਜ਼ਰੂਰਤ ਹੈ। ਇਸ ਤੋਂ ਬਿਨਾਂ ਜਿਹੜੀ ਸਮਾਜਿਕ ਅਸਮਾਨਤਾ ਹੈ ਸਾਡੇ ਦੇਸ਼ ਦੇ ਅੰਦਰ, ਸਾਡਾ ਦੇਸ਼ ਹੈ ਵਿਭਿੰਨਤਾਵਾਂ ਵਾਲਾ ਦੇਸ਼ ਹੈ, ਬਹੁਤ ਸਾਰੇ ਜਾਤਾਂ ਧਰਮਾਂ 'ਚ ਅਸੀਂ ਵੰਡੇ ਹੋਏ ਹਾਂ, ਬਹੁਤ ਸਾਰੀਆਂ ਭਾਸ਼ਾਵਾਂ ਇੰਡੀਆ ਦੇ ਵਿੱਚ ਬੋਲੀਆਂ ਜਾਂਦੀਆਂ, ਹਰੇਕ 10-20 ਕਿਲੋਮੀਟਰ 'ਤੇ ਬੋਲੀ, ਲੈਂਗੁਏਜ ਚੇਂਜ ਹੋ ਜਾਂਦੀ ਹੈ। ਇਹੋ ਜਿਹੇ ਹਾਲਾਤ ਨੇ ਸਾਰੇ ਦੇਸ਼ ਦੇ, ਔਰ ਖੇਤਰਵਾਦ ਦੀ ਭਾਵਨਾ ਬਹੁਤ ਜ਼ਿਆਦਾ ਹਾਵੀ ਹੈ ਸਾਡੇ ਮਨ 'ਤੇ, ਜਾਂ ਕਹਿ ਲਓ ਕਰ ਦਿੱਤੀ ਗਈ ਹੈ। ਇਸ ਤਰੀਕੇ ਨਾਲ ਸਰਕਾਰ ਨੇ, ਰਾਜਨੀਤਿਕ ਲੋਕਾਂ ਨੇ ਆਪਣੇ ਜਿਹੜੇ ਟੂਲਸ ਨੇ, ਚਾਹੇ ਉਹ ਮੀਡੀਆ ਹੈ, ਚਾਹੇ ਸਿਲੇਬਸ ਨੇ, ਚਾਹੇ ਸਿੱਖਿਆ ਪ੍ਰਣਾਲੀ ਹੈ, ਚਾਹੇ ਪ੍ਰਚਾਰ ਹੈ, ਚਾਹੇ ਕੂੜ ਪ੍ਰਚਾਰ ਹੈ, ਉਹਨੂੰ ਵਰਤਿਆ ਕਿ ਲੋਕਾਂ ਦੇ ਅੰਦਰ ਇਹ ਜਾਤ ਪਾਤ, ਧਾਰਮਿਕ ਕੱਟੜਤਾ, ਖੇਤਰਵਾਦ, ਭਾਸ਼ਾ ਦੇ ਆਧਾਰ 'ਤੇ ਵੰਡ, ਇਹੋ ਜਿਹੀਆਂ ਚੀਜ਼ਾਂ ਨੂੰ ਇੰਨਾ ਡੂੰਘਾ ਲੋਕ ਮਨ 'ਚ ਉਤਾਰ ਦਿੱਤਾ ਗਿਆ ਕਿ ਲੋਕ ਉਹ 'ਚੋਂ ਬਾਹਰ ਨਹੀਂ ਨਿਕਲ ਪਾਉਂਦੇ। ਹਰ ਕਿਸੇ ਨੂੰ ਲੱਗਦਾ ਹੈ ਮੇਰੇ ਪ੍ਰਾਂਤ ਦੇ ਲੋਕ ਹੀ ਵਧੀਆ ਨੇ, ਫਿਰ ਲੱਗਦਾ ਮੇਰੇ ਜ਼ਿਲ੍ਹੇ ਦੇ ਲੋਕ ਵਧੀਆ, ਫਿਰ ਲੱਗਦਾ ਮੇਰੇ ਪਿੰਡ ਸ਼ਹਿਰ ਦੇ ਲੋਕ ਵਧੀਆ। ਇਸ ਤਰੀਕੇ ਨਾਲ ਸਾਡੀ ਸੋਚ ਨੂੰ ਸੁੰਗੜਾ ਦਿੱਤਾ ਗਿਆ, ਸਾਨੂੰ ਨੈਰੋ ਮਾਈਂਡਡ ਬਣਾ ਦਿੱਤਾ। ਕਿਉਂ? ਕਿਉਂਕਿ ਫੁੱਟ ਪਾਓ ਤੇ ਰਾਜ ਕਰੋ ਦੇ ਹੀ ਟੂਲ। ਜੇ ਲੋਕ ਵੰਡੇ ਹੋਣਗੇ, ਕਮਜ਼ੋਰ ਹੋਣਗੇ, ਆਪਸ ਵਿੱਚ ਲੜਦੇ ਝਗੜਦੇ ਰਹਿਣਗੇ, ਆਪਸ ਦੇ ਵਿੱਚ ਹੀ ਮੁਕਾਬਲਾ ਕਰੀ ਜਾਣਗੇ, ਤਾਂ ਰਾਜਨੀਤਿਕ ਲੋਕਾਂ ਨੂੰ ਸਾਡੇ ਤੇ ਰਾਜ ਕਰਨਾ ਸੌਖਾ ਬਣਿਆ ਰਹੂ। ਕਦੇ ਇੱਕ ਵਰਗ ਨੂੰ ਕੁਛ ਦੇਤਾ, ਦੂਸਰੇ ਨੂੰ ਨਾ ਦਿੱਤਾ, ਫਿਰ ਦੂਸਰੇ ਨੂੰ ਦੇਤਾ, ਪਹਿਲੇ ਨੂੰ ਨਾ ਦਿੱਤਾ, ਤਾਂ ਕਿ ਲੋਕ ਆਪਸ ਦੇ ਵਿੱਚ ਉਹਨਾਂ ਦੇ ਹਿੱਤਾਂ 'ਚ ਟਕਰਾਅ ਪੈਦਾ ਹੋਈ ਜਾਵੇ, ਲੋਕਾਂ 'ਚ ਵੰਡੀਆਂ ਪਈਆਂ। ਸਾਨੂੰ ਇਹ ਸਾਰੀਆਂ ਗੱਲਾਂ ਸਮਝਣ ਦੀ ਲੋੜ ਹੈ। ਜਿੰਨਾ ਚਿਰ ਸਾਡੇ ਅੰਦਰ ਸਮਾਜਿਕ ਸਮਾਨਤਾ ਨਹੀਂ ਆਉਂਦੀ, ਸਾਡੇ ਸਮਾਜ ਦੇ ਅੰਦਰ ਅਸੀਂ ਜਾਤ ਨੂੰ, ਭਾਸ਼ਾ ਨੂੰ, ਖੇਤਰ ਨੂੰ, ਲਿੰਗ ਨੂੰ, ਹਰ ਵਰਗ ਵੰਡ ਨੂੰ ਛੱਡ ਕੇ ਭੇਦਭਾਵ ਕਰਨਾ ਬੰਦ ਕਰਕੇ ਮਾਨਵਤਾ ਨੂੰ
ਤਰਜੀਹ ਨਹੀਂ ਦੇਣ ਲੱਗਦੇ, ਮਹੱਤਤਾ ਨਹੀਂ ਦੇਣ ਲੱਗਦੇ। ਕਹਿਣ ਦਾ ਮਤਲਬ ਸਾਰੇ ਇਨਸਾਨਾਂ ਨੂੰ ਬਰਾਬਰ ਨਹੀਂ ਸਮਝਣ ਲੱਗਦੇ, ਉਹਨਾਂ ਚਿਰ ਇਹ ਜੋ ਵੀ ਕੁਝ ਚੱਲ ਰਿਹਾ ਹੈ, ਚਾਹੇ ਉਹ ਸ਼ੋਸ਼ਣ ਹੈ, ਚਾਹੇ ਹੀਣ ਭਾਵਨਾ ਹੈ, ਚਾਹੇ ਅਨਿਆਂ ਹੈ, ਚਾਹੇ ਜੁਰਮ ਹੈ, ਚਾਹੇ ਧੱਕਾ ਹੈ, ਇਹ ਸਾਰਾ ਕੁਝ ਚੱਲਦਾ ਰਹੂਗਾ। ਔਰ ਜਿੰਨਾ ਚਿਰ ਇਹ ਚੱਲਦਾ ਰਹੂਗਾ, ਅਸੀਂ ਲੋਕ ਕਦੇ ਵੀ ਸਹੀ ਅਰਥਾਂ 'ਚ ਆਜ਼ਾਦ ਨਹੀਂ ਹੋ ਸਕਦੇ, ਸਹੀ ਅਰਥਾਂ ਦੇ ਵਿੱਚ ਆਜ਼ਾਦੀ ਨੂੰ ਮਾਣ ਨਹੀਂ ਸਕਦੇ। ਪ੍ਰੈਕਟੀਕਲੀ ਅਸੀਂ ਇੰਡੀਪੈਂਡੈਂਟ ਉਦੋਂ ਹੀ ਹੋਵਾਂਗੇ ਜਦੋਂ ਸਾਡੇ ਦੇਸ਼ ਦੇ ਅੰਦਰ ਆਰਥਿਕ ਸਮਾਨਤਾ ਤੇ ਸਮਾਜਿਕ ਸਮਾਨਤਾ ਜਿਹੜੀਆਂ ਉਹ ਜ਼ਮੀਨੀ ਪੱਧਰ ਤੇ ਆ ਜਾਣਗੀਆਂ। ਲੋਕ ਮਨ ਦੇ ਵਿੱਚ, ਲੋਕਾਂ ਦੀ ਸੋਚ ਵਿੱਚ, ਵਿਚਾਰਾਂ ਵਿੱਚ, ਲੋਕਾਂ ਦੇ ਇੱਕ ਦੂਜੇ ਨਾਲ ਵਰਤਾਰੇ ਵਿਹਾਰ ਦੇ ਵਿੱਚ ਇਹ ਚੀਜ਼ਾਂ ਦਿਖਣ ਲੱਗਣਗੀਆਂ। ਉਸ ਸਮੇਂ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਅਸਲੀ ਅਰਥਾਂ ਦੇ ਵਿੱਚ ਆਜ਼ਾਦ ਹੋ ਜਾਵਾਂਗੇ ਔਰ ਇਸ ਆਜ਼ਾਦੀ ਦਾ ਆਨੰਦ ਨਿੱਘ ਹੈ ਜਿਹੜਾ ਉਹ ਮਾਣ ਸਕਾਂਗੇ। ਸਾਡੀ ਜਿਹੜੀ ਇਹ ਪੋਲੀਟੀਕਲ ਇੰਡੀਪੈਂਡੈਂਸ ਹੈ, ਜਿਹੜੀ ਇੱਕ ਸੀਮਤ ਜੀ ਸਿਧਾਂਤਕ ਜੀ ਰਾਜਨੀਤਿਕ ਆਜ਼ਾਦੀ ਸਾਨੂੰ ਮਿਲੀ ਹੋਈ, ਇਹ ਸੀਮਤ ਵੀ ਹੈ, ਲਿਮਟਿਡ। ਇਹਨੂੰ ਮੈਂ ਕਿਉਂ ਕਹਿੰਦਾ, ਕਿਉਂਕਿ ਸਾਡਾ ਦੇਸ਼ ਅਜੇ ਵੀ ਇੱਕ ਵਿਕਾਸਸ਼ੀਲ ਦੇਸ਼ ਹੈ। ਕਈ ਸੰਗਠਨਾਂ ਨੇ ਤਾਂ ਵਿਕਾਸਸ਼ੀਲ ਵਾਲਾ ਟੈਗ ਵੀ ਖੋਲ੍ਹਿਆ ਸਾਡੇ ਤੋਂ, ਗੈਰ ਵਿਕਸਿਤ ਜਾਂ ਅਣਵਿਕਸਿਤ ਦੇਸ਼ ਦਾ ਤਮਗਾ ਸਾਡੇ ਮੱਥੇ ਤੇ ਚਮਕਾਤਾ ਹੈ। ਡਿਵੈਲਪਿੰਗ ਕੰਟਰੀ ਦਾ ਰੈਂਕ ਵੀ ਖੋਲ੍ਹਿਆ ਸਾਡੇ ਤੋਂ, ਉਸ ਤੋਂ ਵੀ ਨੀਚੇ ਆ ਗਿਆ। ਤਾਂ ਜਿਹੜੇ ਵੱਡੇ ਮੁਲਕ ਨੇ, ਵਿਕਸਿਤ ਦੇਸ਼ ਨੇ, ਡਿਵੈਲਪਡ ਕੰਟਰੀ ਨੇ, ਦੁਨੀਆ ਦੇ ਵਿੱਚ ਜਿਹੜੇ ਆਪਦੇ ਆਪ ਨੂੰ ਸੁਪਰ ਪਾਵਰ ਕਹਾਉਂਦੇ ਆ, ਜਿਨ੍ਹਾਂ ਦੀ ਇਕਨੋਮੀ ਆਰਥਿਕਤਾ ਦਾ ਸਾਈਜ਼ ਬਹੁਤ ਵੱਡਾ ਹੈ, GDP ਸਾਡੇ ਭਾਰਤ ਨਾਲੋਂ 10, 20, 50, 100 ਗੁਣਾ ਵੱਡੀ ਹੈ। ਕਈ ਕੰਟਰੀਜ਼ ਦਾ ਡਿਫੈਂਸ ਬਜਟ ਇੰਡੀਆ ਦੀ ਪੂਰੀ ਇਕਨੋਮੀ ਨਾਲੋਂ ਵੱਡਾ ਹੈ। ਇਕੱਲੇ ਰੱਖਿਆ ਤੇ ਉਹ ਸਾਡੀ ਸਾਰੀ GDP ਨਾਲੋਂ ਵੱਧ ਪੈਸੇ ਖਰਚ ਕਰ ਦਿੰਦੇ ਆ, ਸਾਡੇ ਸਾਰੇ ਬਜਟ ਨਾਲੋਂ ਉਹਨਾਂ ਦਾ ਇਕੱਲਾ ਡਿਫੈਂਸ ਬਜਟ ਵੱਡਾ। ਜਿੰਨੀਆਂ ਇੰਟਰਨੈਸ਼ਨਲ ਸੰਸਥਾਵਾਂ ਨੇ, ਆਰਗੇਨਾਈਜੇਸ਼ਨਸ ਨੇ, ਗਠਬੰਧਨ ਨੇ, ਸੰਧੀਆਂ ਨੇ, ਉਹ ਸਾਰੀਆਂ ਨੂੰ ਉਹੀ ਵੱਡੇ ਮੁਲਕ ਡੋਮੀਨੇਟ ਕਰਦੇ ਆ, ਉਹਨਾਂ ਨੂੰ ਉਹੀ ਫੰਡਿੰਗ ਕਰਦੇ ਆ, ਉਹੀ ਪੈਸੇ ਦਿੰਦੇ ਆ, ਉਹੀ ਚਲਾਉਂਦੇ ਆ, ਉਹੀ ਉਹਨਾਂ ਦੇ ਵਿੱਚ ਜਿਹੜੇ ਅਧਿਕਾਰੀ ਨੇ, ਆਫੀਸਰ ਨੇ, ਉਹਨਾਂ ਦੇ ਹੈਡਸ ਨੇ, ਉਹਨਾਂ ਨੂੰ ਨੋਮੀਨੇਟ ਕਰਦੇ ਆ, ਅਪੁਆਇੰਟ ਕਰਦੇ ਆ। ਉੱਥੇ ਸਾਰਾ ਕੁਝ ਉਹ ਆਪਣੇ ਪੱਖ ਦੇ ਵਿੱਚ ਡਿਜ਼ਾਈਨ ਕਰ ਰੱਖਿਆ, ਉਹੀ ਉਹਨੂੰ ਚਲਾਉਂਦੇ ਆ। ਉਹਦੀ ਜਿਹੜੀ ਫੰਕਸ਼ਨੈਲਿਟੀ ਹੈ, ਕਾਰਜਸ਼ੀਲਤਾ, ਉਹਨੂੰ ਵੀ ਉਹੀ ਪ੍ਰਭਾਵਿਤ ਕਰਦੇ ਆ। ਬੜੇ ਕੰਟਰੋਲਡ ਵੇ ਨਾਲ ਸਾਰੀ ਦੁਨੀਆ ਨੂੰ ਚਲਾਉਂਦੇ, ਆਪਣੇ ਹਿੱਤਾਂ ਦੀ ਪੂਰਤੀ ਕਰਦੇ ਆ। ਦੂਸਰੇ ਜਿਹੜੇ ਮੁਲਕ ਨੇ, ਜਿਵੇਂ ਸਾਡਾ ਮੁਲਕ ਹੈ, ਇਹਨਾਂ ਦੇ ਹਿੱਤਾਂ ਦਾ ਬਲੀਦਾਨ ਦਿੰਦੇ ਆ, ਸਾਡਾ ਨੁਕਸਾਨ ਕਰਦੇ। ਤਾਂ ਇਸ ਕਰਕੇ ਚਾਹੇ ਸਿਧਾਂਤਕ ਤੌਰ ਤੇ ਸਾਡਾ ਦੇਸ਼ ਹੈ ਜਿਹੜਾ ਇੱਕ ਪ੍ਰਭੂ ਸੱਤਾ ਸੰਪੰਨ ਦੇਸ਼ ਹੈ, ਸੋਵਰਨ ਕੰਟਰੀ ਹੈ, ਲੇਕਿਨ ਵਿਵਹਾਰਕ ਤੌਰ ਤੇ ਅਸੀਂ ਉਹਨਾਂ ਦੇਸ਼ਾਂ ਦੇ ਦਬਾਅ ਚੋਂ, ਪ੍ਰਭਾਵ ਚੋਂ ਅਜੇ ਨਿਕਲ ਨਹੀਂ ਪਾਏ। ਪ੍ਰੈਕਟੀਕਲੀ ਉਹਨਾਂ ਦੇ ਅੱਖ 'ਚ ਅੱਖ ਪਾ ਕੇ ਖੜਨ ਜੋਗਾ ਸਾਡਾ ਦੇਸ਼ ਅਜੇ ਨਹੀਂ ਹੋਇਆ। ਤਾਂ ਸਾਨੂੰ ਪੂਰਨ ਆਜ਼ਾਦੀ ਜ਼ਮੀਨੀ ਪੱਧਰ ਤੇ ਪ੍ਰਾਪਤ ਨਹੀਂ ਹੋਈ। ਅਸੀਂ ਕਿਤੇ ਨਾ ਕਿਤੇ ਉਹਨਾਂ ਤੇ ਡਿਪੈਂਡੈਂਟ ਹਾਂ, ਕਿਤੇ ਨਾ ਕਿਤੇ ਉਹਨਾਂ ਤੋਂ ਡਰਦੇ ਹਾਂ, ਕਿਤੇ ਨਾ ਕਿਤੇ ਉਹਨਾਂ ਦੇ ਪ੍ਰਭਾਵ ਥੱਲੇ ਹਾਂ। ਉਹ ਸਾਨੂੰ ਸਾਡੀਆਂ ਪਾਲਿਸੀਜ਼ ਨੂੰ ਇਨਫਲੂਐਂਸ ਕਰਦੇ ਹੈ, ਜਾਂ ਕਹਿ ਲਓ ਕੁਝ ਹੱਦ ਤੱਕ ਨਿਰਧਾਰਿਤ ਹੀ ਉਹ ਕਰਦੇ ਹੈ। ਨਾਮ ਸਾਡੇ ਦਾ ਲੱਗਦਾ ਕਿ ਆ ਸਾਡੇ ਮੰਤਰੀ ਨੇ ਕੀਤਾ ਹੈ, ਸਾਡੀ ਲੋਕ ਸਭਾ ਨੇ ਕੀਤਾ, ਸਾਡੀ ਰਾਜ ਸਭਾ ਨੇ ਕੀਤਾ, ਸਾਡੀ ਪਾਰਲੀਮੈਂਟ ਨੇ ਕੀਤਾ, ਲੇਕਿਨ ਕਿਤੇ ਨਾ ਕਿਤੇ ਬਿਹਾਈਂਡ ਦਾ ਕਰਟਨ ਡਰਾਈਵਿੰਗ ਫੋਰਸ ਹੈ, ਜਿਹੜੀ ਚਲਾਉਣ ਵਾਲੀ ਸ਼ਕਤੀ ਹੈ, ਉਹ ਅੰਤਰਰਾਸ਼ਟਰੀ ਸੰਗਠਨ, ਉਹ ਸੰਧੀਆਂ, ਉਹ ਡਿਵੈਲਪਡ ਕੰਟਰੀਜ਼ ਨੇ ਜਿਹੜੇ ਉਹ। ਉਸ ਕਰਕੇ ਵੀ ਇਹ ਚੀਜ਼ਾਂ, ਦਬਾਅ ਹੈ ਇਹ ਜਿਹੜਾ ਡੋਮੀਨੈਂਸ ਹੈ ਉਹਨਾਂ ਦਾ ਪੂਰੇ ਸੰਸਾਰ ਦੇ ਵਿੱਚ, ਸਾਡੇ ਦੇਸ਼ ਦੇ ਅੰਦਰ ਉਹਨਾਂ ਦਾ ਇੰਟਰਫੇਰੈਂਸ ਹੈ ਨੀਤੀ ਨਿਰਮਾਣ ਦੇ ਵਿੱਚ, ਪਾਲਿਸੀਆਂ ਬਣਾਉਣ ਦੇ ਵਿੱਚ, ਛੋਟਾਂ ਲੈਣ ਦੇ ਵਿੱਚ। ਉਹ ਸਾਰੀਆਂ ਚੀਜ਼ਾਂ ਵੀ ਸਾਡੀ ਇਸ ਪੋਲੀਟੀਕਲ ਆਜ਼ਾਦੀ ਨੂੰ ਵੀ ਸੀਮਤ ਕਰਦੀਆਂ, ਰੀਸਟ੍ਰਿਕਟਡ ਕਰਦੀਆਂ, ਲਿਮਟਡ ਕਰਦੀਆਂ। ਮੇਰੇ ਖਿਆਲ ਦੇ ਵਿੱਚ ਜੋ ਮੈਂ ਕਹਿਣਾ ਚਾਹੁੰਦਾ, ਤੁਸੀਂ ਮੋਟੀ ਗੱਲ ਨੂੰ ਸਮਝ ਗਏ। 3-4 ਸਮੱਸਿਆਵਾਂ ਮੈਨੂੰ ਮਹਿਸੂਸ ਹੁੰਦੀਆਂ ਕਿ ਇੱਕ ਤਾਂ ਸਾਨੂੰ ਸਿਰਫ ਸਿਧਾਂਤਕ ਆਜ਼ਾਦੀ ਮਿਲੀ ਹੋਈ ਹੈ, ਵਿਵਹਾਰਕ ਪ੍ਰੈਕਟੀਕਲ ਇੰਡੀਪੈਂਡੈਂਸ ਦੀ ਹਜੇ ਕਮੀ ਹੈ। ਜ਼ਮੀਨੀ ਪੱਧਰ ਤੇ ਅਸੀਂ ਆਜ਼ਾਦੀ ਮਹਿਸੂਸ ਨਹੀਂ ਕਰ ਰਹੇ, ਮਾਣ ਨਹੀਂ ਰਹੇ। ਇੱਥੇ ਇੱਕ ਇਨਸਾਨ ਦੁਆਰਾ ਦੂਸਰੇ ਇਨਸਾਨ ਦਾ ਇੰਨਾ ਸ਼ੋਸ਼ਣ ਹੋਵੇ ਔਰ ਬਿਲਕੁਲ ਵੀ ਦੂਸਰਾ ਇਨਸਾਨ ਹੈ ਜਿਹੜਾ ਉਹ ਆਪ ਨੂੰ ਉਹਦੇ ਬਰਾਬਰ ਨਾ ਸਮਝ ਸਕੇ, ਉਹਦੇ ਅੰਦਰ ਇਨਫੀਰੀਅਰਿਟੀ ਕੰਪਲੈਕਸ, ਹੀਣ ਭਾਵਨਾ ਬਣੀ ਰਹੇ, ਕਮਜ਼ੋਰ ਸਮਝੇ, ਉਹਦੇ ਤੇ ਜੁਰਮ ਹੋਵੇ, ਧੱਕਾ ਹੋਵੇ, ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਆਜ਼ਾਦ ਹੋ ਗਏ ਹਾਂ ਜਾਂ ਸਾਡਾ ਦੇਸ਼ ਆਜ਼ਾਦ ਹੈ ਸਹੀ ਅਰਥਾਂ ਦੇ ਵਿੱਚ।
ਇਹ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਹਨੂੰ ਖਤਮ ਕੀਤਾ ਜਾਣਾ ਚਾਹੀਦਾ, ਇਹਨੂੰ ਰੋਕਿਆ ਜਾਣਾ ਚਾਹੀਦਾ। ਫਿਰ ਹੀ ਅਸੀਂ ਮੰਨਾਂਗੇ ਕਿ ਅਸੀਂ ਸਹੀ ਅਰਥਾਂ 'ਚ ਜਾਂ ਪੂਰਨ ਤੌਰ 'ਤੇ ਆਜ਼ਾਦ ਹੋ ਗਏ ਹਾਂ ਤੇ ਸਾਨੂੰ ਆਪਣੇ ਅਧਿਕਾਰ ਹੈ ਜਿਹੜੇ ਉਹ ਐਕਸਰਸਾਈਜ਼ ਕਰਨ ਦਾ, ਵਰਤੋਂ ਕਰਨ ਦਾ, ਉਹਨਾਂ ਨੂੰ ਲਾਗੂ ਕਰਾਉਣ ਦੀ ਸ਼ਮਤਾ, ਜਿਹੜੀ ਤਾਕਤ ਉਹ ਮਿਲ ਗਈ ਹੈ। ਆਰਥਿਕ ਸਮਾਨਤਾ ਦੀ ਘਾਟ ਹੈ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਸ ਤੋਂ ਬਿਨਾਂ ਰਾਜਨੀਤਿਕ ਸੁਤੰਤਰਤਾ ਇੱਕ ਦਿਖਾਵਾ ਹੁੰਦੀ ਹੈ, ਕਿ ਸਾਜ਼ਿਸ਼ ਹੁੰਦੀ ਹੈ ਜਿਹੜੀ ਕਹਿਣ ਲਈ ਕਹਿ ਦਿੱਤਾ ਜਾਂਦਾ ਹੈ ਕਿ ਵੀ ਤੁਹਾਨੂੰ ਵੀ ਦੂਜਿਆਂ ਦੇ ਬਰਾਬਰ ਰਾਜਨੀਤਿਕ ਅਧਿਕਾਰ ਦੇ ਦਿੱਤੇ ਗਏ ਹੈ। ਲੇਕਿਨ ਦੂਸਰੇ ਆਰਥਿਕ ਤੌਰ 'ਤੇ ਇੰਨੇ ਕੁਝ ਵਰਗ ਹੈ, ਜਿਹੜਾ ਅਮੀਰ ਵਰਗ ਹੈ, ਇੰਨਾ ਤਾਕਤਵਰ ਹੈ ਕਿ 90% ਲੋਕ ਹੈ ਜਿਹੜੇ ਉਹ ਉਹਨਾਂ ਦੇ ਸਾਹਮਣੇ ਆਰਥਿਕ ਤੌਰ 'ਤੇ ਬੜੇ ਕਮਜ਼ੋਰ ਨੇ। ਧਨ ਦੀ ਬੜੀ ਕਾਣੀ ਵੰਡ ਹੈ, ਇਸ ਕਰਕੇ ਉਹ ਆਪਣੇ ਰਾਜਨੀਤਿਕ ਅਧਿਕਾਰਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ, ਜਿਹੜੇ ਕਮਜ਼ੋਰ ਲੋਕ ਨੇ, ਕਮਜ਼ੋਰ ਵਰਗ। ਤਾਂ ਇਹੋ ਜਿਹੀਆਂ ਬੜੀਆਂ ਸਾਰੀਆਂ ਸਮੱਸਿਆਵਾਂ ਨੇ। ਟੌਪਿਕ ਬੜਾ ਵਿਸ਼ਾਲ ਹੈ, ਬੜਾ ਵੱਡਾ ਹੈ, ਇਹਦੇ ਉੱਪਰ ਕਈ ਘੰਟੇ ਬੋਲਿਆ ਜਾ ਸਕਦਾ ਹੈ, ਲੇਕਿਨ ਵੀਡੀਓ ਲੰਮੀ ਹੋ ਰਹੀ ਹੈ ਤਾਂ ਮੈਂ ਆਪਣੀ ਗੱਲ ਨੂੰ ਇੱਥੇ ਹੀ ਸਮੇਟੂੰਗਾ। ਤੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਇੰਡੀਪੈਂਡੈਂਸ ਡੇ ਦੀਆਂ ਬਹੁਤ ਬਹੁਤ ਵਧਾਈਆਂ। ਆਈ ਵਿਸ਼ ਯੂ ਆਲ ਅ ਵੈਰੀ ਵੈਰੀ ਹੈਪੀ ਇੰਡੀਪੈਂਡੈਂਸ ਡੇ। ਤੁਹਾਨੂੰ ਸਾਰਿਆਂ ਨੂੰ ਸੁਤੰਤਰਤਾ ਦਿਵਸ ਮੁਬਾਰਕ। ਨਾਲ ਨਾਲ ਮੈਂ ਤੁਹਾਨੂੰ ਬੈਸਟ ਵਿਸ਼ੇਸ ਵੀ ਦੇਣੀਆਂ ਚਾਹੂੰਗਾ। ਮੇਰੀਆਂ ਸ਼ੁਭ ਇਛਾਵਾਂ ਨੇ ਕਿ ਅਸੀਂ ਸਾਰੇ ਇਕਜੁੱਟਤਾ ਦੇ ਨਾਲ ਮਿਹਨਤ ਕਰੀਏ, ਸਿੱਖਿਅਤ ਬਣੀਏ, ਐਜੂਕੇਟਡ ਬਣੀਏ, ਚੀਜ਼ਾਂ ਨੂੰ ਸਮਝੀਏ, ਸਿੱਖੀਏ, ਗਿਆਨ ਹਾਸਲ ਕਰੀਏ ਔਰ ਇਕੱਠੇ ਹੋ ਕੇ ਕੋਸ਼ਿਸ਼ ਕਰੀਏ, ਯਤਨ ਉਦਮ ਕਰੀਏ ਤਾਂ ਕਿਸੇ ਨਾ ਕਿਸੇ ਦਿਨ ਭਵਿੱਖ ਦੇ ਵਿੱਚ ਸਾਨੂੰ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਸਹੀ ਅਰਥਾਂ 'ਚ ਜਿਹੜੀ ਅਸੀਂ ਆਜ਼ਾਦੀ ਚਾਹੁੰਦੇ ਹਾਂ, ਜਿਹਦੇ ਬਾਰੇ ਮੈਂ ਹੁਣੀ ਗੱਲ ਕਰ ਰਿਹਾ ਸੀ, ਉਹ ਆਜ਼ਾਦੀ ਵੀ ਪ੍ਰਾਪਤ ਹੋ ਸਕੇ। ਇਹ ਬਿਲਕੁਲ ਸੰਭਵ ਹੈ, ਕਿਸੇ ਦੇ ਇੱਕ ਦੇ ਵਿਅਕਤੀਗਤ ਯਤਨਾਂ ਨਾਲ ਨਹੀਂ ਹੋ ਸਕਦਾ। 140 ਕਰੋੜ ਆਬਾਦੀ ਹੈ ਜਿਹੜੀ, ਜੇ ਸਾਰੇ ਲੋਕ ਇਕੱਠੇ ਹੋ ਕੇ ਜਾਂ ਬਹੁ ਗਿਣਤੀ ਲੋਕ ਇਕੱਠੇ ਹੋ ਕੇ ਕੋਸ਼ਿਸ਼ ਕਰਨਗੇ, ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਓਵਰ ਨਾਈਟ ਨਹੀਂ ਹੋ ਸਕਦਾ, ਲੇਕਿਨ ਲਗਾਤਾਰ ਕੋਸ਼ਿਸ਼ ਕਰਨ ਨਾਲ ਸਭ ਕੁਝ ਹੋ ਸਕਦਾ ਹੈ। ਬੁਰਾਈਆਂ 'ਤੇ ਕਾਬੂ ਵੀ ਪਾਇਆ ਜਾ ਸਕਦਾ ਹੈ, ਇੱਛਾਈ ਨੂੰ ਫੈਲਾਇਆ ਵੀ ਜਾ ਸਕਦਾ ਹੈ। ਅੱਜ ਦੀ ਇਸ ਵੀਡੀਓ 'ਚ ਇੰਨਾ ਹੀ। ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਸਕੀਏ, ਵੱਧ ਤੋਂ ਵੱਧ ਲੋਕਾਂ ਨਾਲ ਇਸ ਨੌਲੇਜ ਨੂੰ, ਇਸ ਗਿਆਨ ਨੂੰ, ਇਸ ਜਾਣਕਾਰੀ ਨੂੰ ਵੰਡ ਸਕੀਏ, ਉਹਨਾਂ ਦੀ ਜ਼ਿੰਦਗੀ ਨੂੰ ਰੁਸ਼ਨਾ ਸਕੀਏ, ਉਹਦੇ ਅੰਦਰ ਕੋਈ ਪੋਜ਼ਿਟਿਵ, ਕੋਈ ਸਕਾਰਾਤਮਕ ਤਬਦੀਲੀ ਲਿਆ ਸਕੀਏ, ਉਹਨਾਂ ਦੀ ਮਦਦ ਕਰ ਸਕੀਏ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ। ਥੈਂਕ ਯੂ।